Hello everyone, welcome to Victor's Knowledge. This is Chinu Sharma, and today in this lecture, we are going to take up a very important thing, that is complete December 2021's important current affair in the form of MCQ. So ਅੱਜ ਇਸ ਲੈਕਚਰ ਦੇ ਅੰਦਰ ਆਪਾਂ ਪਾਰਟ 1 ਡਿਸਕਸ ਕਰਾਂਗੇ ਤੇ ਜਿਹੜੇ ਰਿਮੇਨਿੰਗ ਇੰਪੋਰਟੈਂਟ MCQs ਨੇ ਉਹ ਨੈਕਸਟ ਪਾਰਟ ਦੇ ਵਿੱਚ ਆਉਣਗੇ। ਇੱਕ ਹੋਰ ਇੰਪੋਰਟੈਂਟ ਚੀਜ਼, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਬਿਫੋਰ ਬਿਗਨਿੰਗ ਵਿਦ MCQs I'll be taking up important list of days plus themes. So ਜੋ ਵੀ ਦਸੰਬਰ ਮਹੀਨੇ ਦੇ important days ਨੇ ਨਾਲ examination point of view ਤੋਂ ਜੋ ਵੀ important themes ਬਣਦੇ ਨੇ ਸਭ ਤੋਂ ਪਹਿਲਾਂ ਆਪਾਂ ਉਹ ਡਿਸਕਸ ਕਰਾਂਗੇ। So let's get started. So starting with important days and dates in December 2021, ਸਭ ਤੋਂ ਪਹਿਲਾਂ 1 ਦਸੰਬਰ। ਹੁਣ ਜਿਹੜੇ ਵੀ ਆਉਣ ਵਾਲੇ ਐਗਜ਼ਾਮੀਨੇਸ਼ਨਸ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਡੇਟ ਹੈ 1 ਦਸੰਬਰ ਦੀ, ਇਹ ਦਿਨ ਹੈ ਇੰਪੋਰਟੈਂਟ, ਪਲੱਸ ਇਹਦਾ ਥੀਮ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨਾ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋ 1 ਦਸੰਬਰ ਨੂੰ ਵਰਲਡ ਏਡਜ਼ ਡੇ ਆਬਜ਼ਰਵ ਕੀਤਾ ਜਾਂਦਾ ਹੈ। ਇਸ ਸਾਲ ਦਾ ਥੀਮ ਸੀ ਐਂਡ ਇਨਇਕੁਐਲਿਟੀਜ਼ ਐਂਡ ਏਡਜ਼। ਸੋ ਐਗਜ਼ਾਮ ਦੇ ਲਈ ਇੱਕ ਹੋਰ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਦੈਟ ਇਜ਼ ਏਡਜ਼ ਦੀ ਫੁੱਲ ਫਾਰਮ। ਸੋ ਏਡਜ਼ ਦੀ ਤੁਹਾਨੂੰ ਫੁੱਲ ਫਾਰਮ ਵੀ ਐਗਜ਼ਾਮ ਦੇ ਲਈ ਯਾਦ ਹੋਣੀ ਚਾਹੀਦੀ ਹੈ। ਇਟ ਇਜ਼ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਤੇ ਏਡਜ਼ ਹੁੰਦੀ ਹੈ ਇਮਿਊਨੋ ਡੈਫੀਸ਼ੀਐਂਸੀ ਵਾਇਰਸ HIV ਇਨਫੈਕਸ਼ਨ ਦੇ ਨਾਲ। ਨੈਕਸਟ ਇਜ਼ 2 ਦਸੰਬਰ ਨੂੰ ਮਨਾਇਆ ਜਾਂਦਾ ਹੈ ਨੈਸ਼ਨਲ ਪੋਲਿਊਸ਼ਨ ਕੰਟਰੋਲ ਡੇ। 2 ਦਸੰਬਰ ਨੂੰ ਇੱਕ ਹੋਰ ਇੰਟਰਨੈਸ਼ਨਲ ਡੇ ਵੀ ਆਬਜ਼ਰਵ ਕੀਤਾ ਜਾਂਦਾ ਹੈ ਫॉर ਅਬੋਲਿਸ਼ਨ ਆਫ ਸਲੇਵਰੀ। ਬਹੁਤ ਵਾਰੀ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਆਇਆ ਹੈ, ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਤੇ ਇਹਦਾ ਥੀਮ ਵੀ ਇਕੁਅਲੀ ਇੰਪੋਰਟੈਂਟ ਹੈ, ਐਂਡਿੰਗ ਸਲੇਵਰੀਜ਼ ਲੀਗੇਸੀ ਆਫ ਰੇਸਿਜ਼ਮ, ਅ ਗਲੋਬਲ ਇੰਪੈਰੇਟਿਵ ਫॉर ਜਸਟਿਸ। 3 ਦਸੰਬਰ ਨੂੰ ਵਰਲਡ ਡੇ ਆਫ ਹੈਂਡੀਕੈਪ। 4 ਦਸੰਬਰ ਨੂੰ ਇੱਕ ਨੈਸ਼ਨਲ ਡੇ ਬਹੁਤ ਇੰਪੋਰਟੈਂਟ ਹੈ, ਇੱਕ ਇੰਟਰਨੈਸ਼ਨਲ। ਨੈਸ਼ਨਲ ਲੈਵਲ ਤੇ ਇੰਡੀਅਨ ਨੇਵੀ ਡੇ, ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਡੇ ਆਫ ਬੈਂਕ। ਦੈਨ 5 ਦਸੰਬਰ ਨੂੰ ਇੰਟਰਨੈਸ਼ਨਲ ਵੋਲੰਟੀਅਰ ਡੇ, ਵੋਲੰਟੀਅਰ ਨਾਓ ਫॉर ਕਾਮਨ ਫਿਊਚਰ। 5 ਦਸੰਬਰ ਨੂੰ ਇੱਕ ਹੋਰ ਬਹੁਤ ਇੰਪੋਰਟੈਂਟ ਡੇ ਹੈ, ਦੈਟ ਇਜ਼ ਵਰਲਡ ਸੋਇਲ ਡੇ, halt soil salination, boost soil productivity. So ਇਹ ਹੈ theme. ਨੈਕਸਟ ਇਜ਼ 7 ਦਸੰਬਰ ਨੂੰ ਆਰਮਡ ਫੋਰਸ ਫਲੈਗ ਡੇ ਤੇ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਡੇ। ਸੋ ਨੇਵੀ ਡੇ 4 ਦਸੰਬਰ, ਸਿਵਲ ਐਵੀਏਸ਼ਨ ਡੇ ਇਹ ਤੁਸੀਂ ਯਾਦ ਰੱਖਣੇ ਆ। ਇਹਦਾ ਥੀਮ ਐਡਵਾਂਸਿੰਗ ਇਨੋਵੇਸ਼ਨ ਫॉर ਗਲੋਬਲ ਐਵੀਏਸ਼ਨ ਡਿਵੈਲਪਮੈਂਟ। 9 ਦਸੰਬਰ ਨੂੰ ਇੰਟਰਨੈਸ਼ਨਲ ਐਂਟੀ ਕਰਪਸ਼ਨ ਡੇ, your right, your role, say no to corruption, very very important thing. Next come most important ਦਸੰਬਰ ਮਹੀਨੇ ਦਾ ਇੱਕ ਤਾਂ ਵਰਲਡ ਏਡਜ਼ ਡੇ, ਦੂਜਾ ਹਿਊਮਨ ਰਾਈਟਸ ਡੇ। ਇਹ ਦੋ ਦਿਨ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਨੇ, ਤੁਸੀਂ ਇਹਨਾਂ ਨੂੰ ਬਿਲਕੁਲ ਵੀ ਮਿਸ ਨਹੀਂ ਕਰ ਸਕਦੇ। ਸੋ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਤੇ ਇਹਦਾ ਥੀਮ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, equality, reducing inequality, advancing human rights. ਸੋ ਬਹੁਤ ਵਾਰੀ ਐਗਜ਼ਾਮ ਵਿੱਚ ਕੁਐਸਚਨ ਆਇਆ ਹੈ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਹਿਊਮਨ ਰਾਈਟਸ ਡੇ ਕਿਸ ਦਿਨ ਅਡਾਪਟ ਕੀਤਾ। ਸੋ ਇਹਦਾ ਈਅਰ ਵੀ ਤੁਸੀਂ ਨਾਲ ਯਾਦ ਰੱਖਣਾ ਹੈ, 1948, ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਇਜ਼ 11 ਦਸੰਬਰ ਇੰਟਰਨੈਸ਼ਨਲ ਮਾਊਂਟੇਨ ਡੇ। 12 ਦਸੰਬਰ ਨੂੰ ਦੋ ਇੰਟਰਨੈਸ਼ਨਲ ਡੇ ਨੇ, ਯੂਨੀਵਰਸਲ ਹੈਲਥ ਕਵਰੇਜ, ਯੂਨੀਵਰਸ ਡੇ ਆਫ ਨਿਊਟਰੈਲਿਟੀ। ਸੋ ਇੰਟਰਨੈਸ਼ਨਲ ਯੂਨੀਵਰਸਲ ਹੈਲਥ ਕਵਰੇਜ ਡੇ ਦਾ ਥੀਮ ਹੈ ਲੀਵ no one behind when it's come to health, invest in health system for all. 14 ਦਸੰਬਰ ਨੂੰ ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਡੇ। ਦੈਨ 16 ਦਸੰਬਰ ਵਿਜੇ ਦਿਵਸ ਤੇ ਇਸ ਵਾਰੀ ਆਪਾਂ ਨੇ 50th ਵਿਜੇ ਦਿਵਸ ਇੰਡੀਆ ਨੇ ਆਬਜ਼ਰਵ ਕੀਤਾ ਹੈ 16 ਦਸੰਬਰ ਨੂੰ। ਸੋ ਜਿਹੜੀ 1971 ਵਾਲੀ ਵਾਰ ਹੋਈ ਸੀ ਇੰਡੀਆ ਪਾਕਿਸਤਾਨ ਦੀ, ਤਾਂ ਆਪਾਂ ਇਹ ਵਿਜੇ ਦਿਵਸ ਆਬਜ਼ਰਵ ਕਰਦੇ ਹਾਂ 16 ਦਸੰਬਰ ਨੂੰ, ਜਦੋਂ ਇੰਡੀਆ ਨੇ, ਇੰਡੀਅਨ ਆਰਮਡ ਫੋਰਸ ਨੇ ਵਿਕਟਰੀ ਹਾਸਿਲ ਕੀਤੀ ਸੀ, ਜਿੱਤ ਹਾਸਿਲ ਕੀਤੀ ਸੀ ਪਾਕਿਸਤਾਨ ਦੇ ਉੱਪਰ। ਸੋ ਤੁਸੀਂ ਯਾਦ ਰੱਖਣਾ ਹੈ 1971 ਈਅਰ, 16 ਦਸੰਬਰ ਵਿਜੇ ਦਿਵਸ। 18 ਦਸੰਬਰ ਨੂੰ ਮਾਈਨੋਰਿਟੀ ਰਾਈਟ ਡੇ, ਇੰਟਰਨੈਸ਼ਨਲ ਮਾਈਗ੍ਰੈਂਟ ਡੇ। 19 ਦਸੰਬਰ ਨੂੰ ਗੋਆਜ਼ ਲਿਬਰੇਸ਼ਨ ਡੇ, ਵੈਰੀ ਇੰਪੋਰਟੈਂਟ। 20 ਦਸੰਬਰ ਨੂੰ ਹਿਊਮਨ ਸੋਲੀਡੈਰਿਟੀ ਡੇ,
22 ਦਸੰਬਰ ਨੈਸ਼ਨਲ ਮੈਥਮੈਟਿਕ ਡੇ, 23 ਦਸੰਬਰ ਕਿਸਾਨ ਦਿਵਸ, 24 ਦਸੰਬਰ ਨੈਸ਼ਨਲ ਕੰਜ਼ਿਊਮਰ ਰਾਈਟਸ ਡੇ। ਸੋ ਇਹ ਇਸੇ ਸਾਲ 2021 ਵਿੱਚ ਹੀ ਇੱਕ PSSB ਦੇ ਦੁਆਰਾ ਕੰਡਕਟ ਕੀਤੇ ਗਏ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ, ਸੋ ਇਨ ਦਾ ਮੰਥ ਆਫ ਜਨਵਰੀ। ਸੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਦੈਨ ਕ੍ਰਿਸਮਸ ਡੇ 25 ਦਸੰਬਰ ਨੂੰ ਆਪਾਂ ਮਨਾਉਂਦੇ ਹਾਂ। ਗੁੱਡ ਗਵਰਨੈਂਸ ਡੇ ਵੀ ਇੰਡੀਆ ਵਿੱਚ ਇਸੇ ਦਿਨ ਹੁੰਦਾ ਹੈ। 31 ਦਸੰਬਰ ਨੂੰ ਪੂਰੀ ਦੁਨੀਆ ਭਰ ਵਿੱਚ ਨਿਊ ਈਅਰ ਈਵ ਮਨਾਇਆ ਜਾਂਦਾ ਹੈ। ਸੋ ਹੁਣ ਆਪਾਂ ਸਟਾਰਟ ਕਰਾਂਗੇ ਇੰਪੋਰਟੈਂਟ MCQs ਦੇ ਨਾਲ, ਤੇ ਜਿਹੜਾ ਫਰਸਟ ਪਾਰਟ ਹੈ ਇਹਦੇ ਵਿੱਚ ਮੈਂ ਸਿਰਫ ਥੋੜੇ ਜਿਹੇ ਇੰਪੋਰਟੈਂਟ MCQ ਡਿਸਕਸ ਕਰ ਰਹੀ ਹਾਂ। ਬਾਕੀ ਜਿੰਨੇ ਵੀ ਰਿਮੇਨਿੰਗ MCQs ਨੇ ਆਲਮੋਸਟ ਆਪਾਂ ਟੋਟਲ ਪਾਰਟ 1 ਤੇ ਪਾਰਟ 2 ਦੇ ਅੰਦਰ ਮਿਲਾ ਕੇ ਅਰਾਊਂਡ 120-150 MCQs ਡਿਸਕਸ ਕਰਾਂਗੇ। ਸੋ ਤੁਹਾਡਾ ਦਸੰਬਰ ਮਹੀਨੇ ਦਾ ਕੋਈ ਵੀ ਇੰਪੋਰਟੈਂਟ ਕਰੰਟ ਅਫੇਅਰ ਮਿਸ ਨਹੀਂ ਹੋਊਗਾ। ਸੋ ਨਾਓ ਲੈਟਸ ਗੈਟ ਸਟਾਰਟਡ। ਪਹਿਲਾ ਕੁਐਸਚਨ ਹੈ, ਕਿਹੜੇ ਬੈਂਕ ਨੇ ਲਾਂਚ ਕੀਤਾ ਹੈ ਪਹਿਲਾ ਕ੍ਰੈਡਿਟ ਕਾਰਡ ਜਿਹੜਾ PVC ਪਲਾਸਟਿਕ ਤੋਂ ਬਣਿਆ? ਸੋ ਰੀਸਾਈਕਲਡ ਪਲਾਸਟਿਕ ਤੋਂ ਤਿਆਰ ਕੀਤਾ ਗਿਆ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਆਪਾਂ ਨੇ ਦੱਸਣਾ ਇਸ ਬੈਂਕ ਦਾ ਨਾਮ ਕੀ ਹੈ ਜਿਹਨੇ ਇਹ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਸੋ ਰਾਈਟ ਆਨਸਰ ਹੈ ਆਪਸ਼ਨ B, HSBC। HSBC ਦੀ ਫੁੱਲ ਫਾਰਮ ਹੈ ਹਾਂਗਕਾਂਗ ਐਂਡ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ ਲਿਮਿਟਿਡ। ਸੋ ਇੰਡੀਆ ਦੇ ਵਿੱਚ ਵੀ ਇਹਦੀਆਂ ਕਾਫੀ ਸਾਰੀਆਂ ਬ੍ਰਾਂਚਿਸ ਨੇ। ਨੈਕਸਟ ਹੈ, ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤਾ ਹੈ ਇੰਡੀਆ ਯੰਗ ਵਾਟਰ ਪ੍ਰੋਫੈਸ਼ਨਲ ਪ੍ਰੋਗਰਾਮ। ਕਿਹੜੀ ਕੰਟਰੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਇਸ ਪ੍ਰੋਗਰਾਮ ਦੇ ਲਈ? ਸੋ ਦ ਰਾਈਟ ਆਨਸਰ ਇਜ਼ ਆਪਸ਼ਨ D, ਆਸਟ੍ਰੇਲੀਆ। ਨੈਕਸਟ ਹੈ, ਜਿਹੜਾ ਇਕਨੋਮਿਕਲੀ ਵੀਕਰ ਸੈਕਸ਼ਨ ਦਾ ਕ੍ਰਾਈਟੇਰੀਆ ਇਹਨੂੰ ਡਿਟਰਮਾਈਨ ਕਰਨ ਦੇ ਲਈ ਸਰਕਾਰ ਨੇ ਦੁਬਾਰਾ ਤੋਂ ਇੱਕ ਪੈਨਲ ਤਿਆਰ ਕੀਤਾ ਹੈ। ਸੋ ਜਿਹੜਾ ਇਹ ਕ੍ਰਾਈਟੇਰੀਆ ਨੂੰ ਰੀਵਿਜ਼ਿਟ ਕਰਨ ਦੇ ਲਈ ਕਮੇਟੀ ਤਿਆਰ ਕੀਤੀ ਹੈ, ਪੈਨਲ ਤਿਆਰ ਕੀਤਾ ਹੈ, ਉਸ ਪੈਨਲ ਨੂੰ ਹੈਡ ਕੌਣ ਕਰੂਗਾ, ਲੀਡ ਕੌਣ ਕਰੂਗਾ? Who will lead the panel formed by government to revisit criteria for determining economically weaker section? ਸੋ ਇਹਨੂੰ ਲੀਡ ਕਰਨਗੇ ਅਜੇ ਭੂਸ਼ਣ ਪਾਂਡੇ ਜੀ, ਆਪਸ਼ਨ C। ਵਰਲਡ ਏਡ ਡੇ ਕਿਸ ਦਿਨ ਹੁੰਦਾ ਹੈ? ਸੋ ਆਪਾਂ ਨੇ ਸਟਾਰਟਿੰਗ ਵਿੱਚ ਹੀ ਕੀਤਾ ਹੈ, ਵੈਰੀ ਇੰਪੋਰਟੈਂਟ, 1 ਦਸੰਬਰ ਨੂੰ। ਨੇਮ ਨਿਊ ਇਨਕੰਬੈਂਟ ਚੀਫ ਆਫ ਨੇਵਲ ਸਟਾਫ ਆਫ ਇੰਡੀਆ। So the right answer is option D, Admiral R. Hari Kumar, very important. Next, चाहे इंडियन आर्ट एंड कल्चर का क्वेश्चन मान लो, करंट अफेयर का क्वेश्चन मान लो, बहुत ही ज्यादा इंपॉर्टेंट है, बार बार पेपर च आने वाला क्वेश्चन है। चेरी ब्लॉसम फेस्टिवल, द फेमस चेरी ब्लॉसम फेस्टिवल इंडिया दी केड़ी सिटी विच ऑब्जर्व किया जाता है हर साल एनुअली? So the answer is option B, Shillong. Who has been appointed as brand ambassador of GUVI, an Indian Institute of Technology Madras incubated startup? So IIT Madras ਦੇ ਦੁਆਰਾ ਇੱਕ ਸਟਾਰਟਅਪ ਜਿਹੜਾ ਲਾਂਚ ਕੀਤਾ ਗਿਆ ਹੈ, ਉਹਦੇ ਬ੍ਰਾਂਡ ਅੰਬੈਸਡਰ ਕਿਹਨੂੰ ਅਪਾਇੰਟ ਕੀਤਾ ਹੈ? ਸੋ ਇਹਦੇ ਬ੍ਰਾਂਡ ਅੰਬੈਸਡਰ ਹੈ ਆਪਸ਼ਨ C, ਸਮ੍ਰਿਤੀ ਮੰਦਾਨਾ, ਇੰਡੀਅਨ ਵਿਮਨ ਕ੍ਰਿਕਟ ਦੀ ਟੀਮ ਮੈਂਬਰ ਹੈ। ਸੋ GUVI ਦੀ ਫੁੱਲ ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਐਗਜ਼ਾਮ ਦੇ ਲਈ। ਸੋ ਇਹਦੀ ਫੁੱਲ ਫਾਰਮ ਹੈ ਗ੍ਰੈਬ ਯੋਰ ਵਰਨੈਕੂਲਰ imprint. The police department of which state has launched mobile app named Call Your Cop? So ਇਹ ਜਿਹੜਾ ਮੋਬਾਈਲ ਐਪ ਲਾਂਚ ਕੀਤਾ ਹੈ ਨਾਗਾਲੈਂਡ ਪੁਲਿਸ ਦੇ ਦੁਆਰਾ ਕੀਤਾ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਉੱਤਰਾਖੰਡ ਦੇ ਲਈ ਕੁਝ ਇੰਪੋਰਟੈਂਟ ਵਾਟਰ ਸਪਲਾਈ ਤੇ ਸੈਨੀਟੇਸ਼ਨ ਪ੍ਰੋਜੈਕਟ ਦੇ ਲਈ ਲੋਨ ਅਪਰੂਵ ਕੀਤਾ ਹੈ। ਲੋਨ ਦੇ ਦੁਆਰਾ ਫਾਈਨੈਂਸ਼ੀਅਲ ਮਦਦ ਦਿੱਤੀ ਹੈ ADB ਬੈਂਕ ਨੇ ਉੱਤਰਾਖੰਡ ਸਟੇਟ ਨੂੰ। ਸੋ ਕਿੰਨੇ ਰੁਪਏ ਦੀ ਲੋਨ ਅਮਾਉਂਟ ਸੈਂਕਸ਼ਨ ਕੀਤੀ ਹੈ, ਅਪਰੂਵ ਕੀਤੀ ਹੈ? ਆਨਸਰ ਇਜ਼ ਆਪਸ਼ਨ C, $125 million। ADB ਬੈਂਕ ਬਾਰ-ਬਾਰ ਐਗਜ਼ਾਮੀਨੇਸ਼ਨ ਵਿੱਚ ਵੀ ਆਉਂਦਾ, ਕਿਸੇ ਨਾ ਕਿਸੇ ਫਾਰਮ 'ਚ ਇਹਦੇ ਨਾਲ ਰਿਲੇਟਡ 100% ਕੁਐਸਚਨ ਦੇਖਣ ਨੂੰ ਮਿਲਦਾ ਹੈ। ਵੈਸੇ ਇਹ ਐਜ਼ ਸੱਚ ਇੰਪੋਰਟੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੀ ਹੈ, ਸੋ ਇਹਨੂੰ ਡੀਟੇਲ ਦੇ ਵਿੱਚ ਦੇਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ADB ਬੈਂਕ ਏਸ਼ੀਅਨ ਡਿਵੈਲਪਮੈਂਟ ਬੈਂਕ ਇਹ ਫਾਊਂਡ ਹੋਏ 19 ਦਸੰਬਰ 1966। ਹੈਡਕੁਆਰਟਰਸ ਨੇ ਫਿਲੀਪਾਈਨਸ ਮੈਂਡਲਿਓਂਗ, ਪ੍ਰੈਜ਼ੀਡੈਂਟ ਨੇ ਮਸਾਤਸੁਗੂ ਆਸਾਕਾਵਾ ਤੇ ਕੁੱਲ ਮੈਂਬਰ ਨੇ 68 ਕੰਟਰੀ।
ਜਿਹੜਾ ADB ਹੈ ਇਹ ਟਾਈਮ ਟੂ ਟਾਈਮ ਫਾਈਨੈਂਸ਼ੀਅਲ ਮਦਦ ਦਿੰਦਾ ਹੈ। ਇੰਡੀਆ ਨੂੰ ਬਹੁਤ ਵਾਰੀ ਇਹਨੇ ਅਲੱਗ-ਅਲੱਗ ਤਰ੍ਹਾਂ ਦੇ ਲੋਨ ਅਪਰੂਵ ਕੀਤੇ ਨੇ। ਐਗਜ਼ਾਮ ਵਿੱਚ ਡਾਇਰੈਕਟਲੀ ਲੋਨ ਅਮਾਉਂਟ ਪੁੱਛੀ ਜਾਂਦੀ ਹੈ। ਸੋ ਤੁਹਾਨੂੰ ਜਿੰਨੀਆਂ ਵੀ ਇੰਪੋਰਟੈਂਟ 2020-21 ਦੀਆਂ ADB ਦੇ ਦੁਆਰਾ ਲੋਨ ਅਪਰੂਵਲ ਅਮਾਉਂਟਸ ਨੇ, ਕਿਹੜੇ-ਕਿਹੜੇ ਪਰਪਸ ਦੇ ਲਈ ਅਮਾਉਂਟ ਅਪਰੂਵ ਕੀਤੀ ਹੈ, ਪਤਾ ਹੋਣੀ ਚਾਹੀਦੀ ਹੈ। ਕਿਉਂਕਿ ਰੀਸੈਂਟਲੀ ਇੱਕ PSSSB ਦੇ ਦੁਆਰਾ ਕੰਡਕਟ ਕੀਤੇ ਗਏ ਐਗਜ਼ਾਮ ਦੇ ਵਿੱਚ ਸਿੱਧਾ ਲੋਨ ਅਮਾਉਂਟ ਬਾਰੇ ਕੁਐਸਚਨ ਆਇਆ ਸੀ। ਸੋ ਇਸ ਤਰ੍ਹਾਂ ਦੇ ਕਈ ਵਾਰੀ ਅਨਐਕਸਪੈਕਟਡ ਜਿਹੇ ਕੁਐਸਚਨ ਆਉਂਦੇ ਨੇ, ਪਰ ਐਗਜ਼ਾਮ ਦੇ ਲਈ ਹਰ ਤਰ੍ਹਾਂ ਦਾ ਫੈਕਟ ਦਿਮਾਗ 'ਚ ਰੱਖਣਾ, ਉਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਜਾਣਾ ਤੁਹਾਡੀ ਰਿਸਪੌਂਸਿਬਿਲਿਟੀ ਹੈ, ਸੋ ਦੈਟ ਤੁਸੀਂ ਐਗਜ਼ਾਮੀਨੇਸ਼ਨ ਤੋਂ ਬਾਅਦ ਰਿਗਰੈਟ ਨਾ ਕਰੋ। ਸੋ ਹੁਣ ਆਪਾਂ ਦੇਖਦੇ ਹਾਂ $, 4.5 ਮਿਲੀਅਨ ਲੋਨ ਅਪਰੂਵ ਕੀਤਾ ਹੈ ADB ਨੇ ਮਿਜ਼ੋਰਮ ਦੇ ਲਈ ਅਰਬਨ ਮੋਬਿਲਿਟੀ ਨੂੰ ਸਪੋਰਟ ਕਰਨ ਦੇ ਲਈ, 251 ਮਿਲੀਅਨ ਚੇਨਈ ਲਈ, then 100 ਮਿਲੀਅਨ ਐਗਰੀ ਬਿਜ਼ਨਸ ਨੈਟਵਰਕ ਮਹਾਰਾਸ਼ਟਰ ਸਟੇਟ, 250 ਮਿਲੀਅਨ ਸਪੋਰਟ ਕਰਨ ਦੇ ਲਈ ਇੰਡੀਆ ਦਾ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਪ੍ਰੋਜੈਕਟ, 61 ਮਿਲੀਅਨ ਅਗਰਤਲਾ ਸਿਟੀ ਅਰਬਨ ਡਿਵੈਲਪਮੈਂਟ ਪ੍ਰੋਜੈਕਟ, 300 ਮਿਲੀਅਨ ਅਰਬਨ ਏਰੀਆਜ਼ ਦੇ ਵਿੱਚ ਹੈਲਥ ਕੇਅਰ ਨੂੰ ਇੰਪਰੂਵ ਕਰਨ ਦੇ ਲਈ, then 1.5 ਬਿਲੀਅਨ ਇੰਡੀਆ ਨੂੰ ਦਿੱਤਾ COVID-19 ਵੈਕਸੀਨੇਸ਼ਨ ਪ੍ਰੋਕਿਊਰਮੈਂਟ ਦੇ ਲਈ। ਸੋ ਇਹ ਜਿੰਨੇ ਵੀ ਮੈਂ ਤੁਹਾਨੂੰ ਇੰਪੋਰਟੈਂਟ ਲੋਨ ਦੱਸੇ ਨੇ, ਪਲੱਸ ਇਹਦੇ ਵਿੱਚ ਤੁਸੀਂ ਇਹ ਵਾਲਾ ਐਡ ਕਰ ਲੈਣਾ ਦਸੰਬਰ ਮਹੀਨੇ ਵਾਲਾ, ਸਾਰੇ ਦੇ ਸਾਰੇ ਤੁਸੀਂ ਅਲੱਗ ਤੋਂ ਯਾਦ ਕਰਕੇ ਜਾਣੇ ਆ। ਨੈਕਸਟ ਹੈ ਮੈਗਡਲਨਾ ਐਂਡਰਸਨ, ਕਿਹੜੀ ਕੰਟਰੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ? ਸੋ ਮੈਗਡਲੀਨਾ ਐਂਡਰਸਨ ਬਣਿਆ ਸਵੀਡਨ ਦੀ ਫਰਸਟ ਵਿਮਨ ਫੀਮੇਲ ਪ੍ਰਾਈਮ ਮਿਨਿਸਟਰ, ਆਪਸ਼ਨ A। ਨੈਕਸਟ ਬਹੁਤ ਹੀ ਜ਼ਿਆਦਾ ਚਰਚਿਤ ਨਿਊਜ਼ ਰਹੀ ਹੈ ਸਪੈਸ਼ਲੀ ਇੰਡੀਆ ਦੇ ਵਿੱਚ, ਨਵੇਂ CEO ਕੌਣ ਬਣੇ ਨੇ ਟਵਿੱਟਰ ਦੇ? ਸੋ ਰਾਈਟ ਆਨਸਰ ਇਜ਼ ਪਰਾਗ ਅਗਰਵਾਲ, ਆਪਸ਼ਨ C। ਵੈਰੀ ਇੰਪੋਰਟੈਂਟ, ਕੋਈ ਵੀ ਆਉਣ ਵਾਲਾ ਕੁਐਸਚਨ ਪੇਪਰ ਹੈ ਤੁਹਾਨੂੰ ਉਹਦੇ 'ਚ ਕੁਐਸਚਨ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ। ਨੈਕਸਟ ਹੈ ਬਾਰਡਰ ਸਿਕਿਉਰਿਟੀ ਫੋਰਸ BSF is observing which anniversary? ਆਪਣੇ ਰੇਜ਼ਿੰਗ ਡੇ ਦੇ ਉੱਤੇ ਕਿੰਨਵੀਂ ਐਨੀਵਰਸਰੀ ਆਬਜ਼ਰਵ ਕਰ ਰਹੇ ਨੇ? ਸੋ ਦ ਰਾਈਟ ਆਨਸਰ ਇਜ਼ ਆਪਸ਼ਨ B 57। ਤੇ ਜਿਹੜਾ ਰੇਜ਼ਿੰਗ ਡੇ ਹੈ ਉਹ ਹੁੰਦਾ ਹੈ 1 ਦਸੰਬਰ ਨੂੰ। ਨੈਕਸਟ ਹੈ ਨੀਤੀ ਆਯੋਗ ਦੇ ਦੁਆਰਾ ਇੱਕ ਕਮੇਟੀ ਕਨਸਟੀਟਿਊਟ ਕੀਤੀ ਗਈ 2020 ਦੇ ਵਿੱਚ। ਇਸ ਕਮੇਟੀ ਦੇ ਹੈਡ ਕੌਣ ਸੀ? ਤੇ ਜਿਹੜੀ ਕਮੇਟੀ ਹੈ ਇਹਦੇ ਅੰਦਰ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਗਿਆ ODR ਦੇ ਲਈ, ਆਨਲਾਈਨ ਡਿਸਪਿਊਟ ਰੈਜ਼ੋਲੂਸ਼ਨ ਦੇ ਲਈ। ਸੋ ਇਸ ਕਮੇਟੀ ਦੇ ਹੈਡ ਹੈ ਆਪਸ਼ਨ D ਅਰਜਨ ਕੁਮਾਰ ਸੀਕਰੀ। ਨੈਕਸਟ ਇਜ਼ ਨਵੰਬਰ 2021 ਮਹੀਨੇ ਵਿੱਚ ਕੁੱਲ ਕਿੰਨੀ ਆਮਦਨ ਹੋਈ, ਕਿੰਨਾ ਰੈਵਨਿਊ ਕਲੈਕਟ ਕੀਤਾ ਗਿਆ GST ਤੋਂ, ਗੁੱਡਸ ਐਂਡ ਸਰਵਿਸਿਜ਼ ਟੈਕਸ ਤੋਂ? ਸੋ ਦ ਰਾਈਟ ਆਨਸਰ ਇਜ਼ ਆਪਸ਼ਨ D 1.31 ਲੱਖ ਕਰੋੜ। India Rating and Research has projected India's financial year 2022 GDP growth forecast. So, कितनी GDP growth forecast ਕੀਤੀ ਗਈ ਹੈ? So, GDP growth 9.4% ਮੰਨੀ ਜਾ ਰਹੀ ਹੈ। Next ਹੈ ਕਿਹੜੇ ਬੈਂਕ ਨੇ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਅਗਰੀਮੈਂਟ ਸਾਈਨ ਕੀਤਾ ਹੈ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਨਾਲ, ਜਿਹਦੇ ਅੰਦਰ ਵਿਮਨ ਐਂਟਰਪ੍ਰੈਨਿਓਰਸ ਨੂੰ, ਜਿਹੜੀਆਂ ਮਹਿਲਾ ਅੱਗੇ ਆ ਕੇ ਆਪਣਾ ਖੁਦ ਦਾ ਕੋਈ ਬਿਜ਼ਨਸ ਸਟਾਰਟ ਕਰਨਾ ਚਾਹ ਰਹੀਆਂ ਨੇ, ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਦਿੱਤੀ ਜਾਊਗੀ। ਤੇ ਜਿਹੜੀ ਇਹ ਪੂਰਾ ਇੱਕ ਪ੍ਰੋਗਰਾਮ ਹੈ ਜਿਹਦੇ ਅੰਦਰ ਫਾਈਨੈਂਸ਼ੀਅਲ ਅਸਿਸਟੈਂਸ ਮਿਲੂਗੀ, ਇਹਨੂੰ ਨਾਮ ਦਿੱਤਾ ਗਿਆ ਹੈ ਨਵ ਚੇਤਨਾ। ਸੋ ਤੁਸੀਂ ਨਵ ਚੇਤਨਾ ਵੀ ਯਾਦ ਰੱਖਣਾ ਹੈ ਕਿ ਕਿਸ ਚੀਜ਼ ਨਾਲ ਰਿਲੇਟਿਡ ਹੈ। ਤੇ ਜਿਹੜਾ ਬੈਂਕ ਹੈ ਜੋ ਮਦਦ ਕਰ ਰਿਹਾ ਦੈਟ ਇਜ਼ SBI, ਸਟੇਟ ਬੈਂਕ ਆਫ ਇੰਡੀਆ, ਆਪਸ਼ਨ D। ਨੈਕਸਟ ਇਜ਼ which bank will become the promoter of Open Network for Digital Commerce Limited by acquiring 9.5% stake? So ਜਿਹੜਾ ਬੈਂਕ ONDC ਦੇ ਲਈ ਪ੍ਰਮੋਟਰ ਦਾ ਕੰਮ ਕਰੂਗਾ that is PNB, Punjab National Bank, option B। Next come very important question. International Press Institute India Award for Excellence in Journalism 2021 ਕਿਹਨੂੰ ਦਿੱਤਾ ਗਿਆ ਹੈ? ਸੋ ਇਹ ਅਵਾਰਡ ਮਿਲਿਆ ਹੈ The Week and NDTV ਦੋਨਾਂ ਨੂੰ। ਸੋ ਰਾਈਟ ਆਨਸਰ ਹੈ ਆਪਸ਼ਨ D both A and B। ਕਿਹੜਾ ਵਰਡ ਹੈ ਜਿਹੜਾ ਮੈਰੀਅਮ ਵੈਬਸਟਰ ਡਿਕਸ਼ਨਰੀ ਦੇ ਮੁਤਾਬਿਕ ਵਰਡ ਆਫ ਦ ਈਅਰ 2021 ਡਿਕਲੇਅਰ ਕੀਤਾ ਗਿਆ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ D ਵੈਕਸੀਨ।
ਨੈਕਸਟ ਇੱਕ ਆਟੋਬਾਇਓਗ੍ਰਾਫੀ ਹੈ, ਆਤਮ ਕਥਾ ਹੈ। ਸੋ ਇਹਦੇ ਆਪਾਂ ਨੇ ਆਥਰ ਦਾ ਨਾਮ ਦੱਸਣਾ ਹੈ ਤੇ ਇਹਦਾ ਟਾਈਟਲ ਹੈ ਅੰਬੂਜਾ ਸਟੋਰੀ, ਹਾਊ ਅ ਗਰੁੱਪ ਆਫ ਆਰਡੀਨਰੀ ਮੈਨ created an extraordinary company. So the right answer is option D, Narottam Sekria. ਵਾਲਮਾਰਟ ਤੇ ਫਲਿੱਪਕਾਰਟ ਦੋਨਾਂ ਨੇ ਮਿਲ ਕੇ ਇੱਕ ਅਗਰੀਮੈਂਟ ਸਾਈਨ ਕੀਤਾ ਹੈ। ਸੋ ਆਪਾਂ ਨੇ ਦੱਸਣਾ ਵੀ ਕਿਹੜੀ ਸਟੇਟ ਗਵਰਨਮੈਂਟ ਦੇ ਨਾਲ ਅਗਰੀਮੈਂਟ ਸਾਈਨ ਕੀਤਾ ਹੈ to create an ecosystem of capacity building for MSME। ਜਿਹੜੀਆਂ ਛੋਟੇ ਲੈਵਲ ਦੀਆਂ ਐਂਟਰਪ੍ਰਾਈਜ਼ਸ ਨੇ, ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਨੇ, ਉਹਨਾਂ ਨੂੰ ਹੋਰ ਜ਼ਿਆਦਾ ਬਿਲਡਅਪ ਕਰਨ ਦੇ ਲਈ, ਇਨਕਰੀਜ਼ ਕਰਨ ਦੇ ਲਈ, ਉਹਨਾਂ ਲਈ ਵਧੀਆ ਤਰੀਕੇ ਨਾਲ ਕੰਮ ਕਰਨ ਦੇ ਲਈ ਇਕੋਸਿਸਟਮ ਤਿਆਰ ਕਰਨ ਦੇ ਲਈ ਵਾਲਮਾਰਟ ਤੇ ਫਲਿੱਪਕਾਰਟ ਨੇ ਮਿਲ ਕੇ ਅਗਰੀਮੈਂਟ ਸਾਈਨ ਕੀਤਾ ਹੈ ਮੱਧਿਆ ਪ੍ਰਦੇਸ਼ ਸਟੇਟ ਗਵਰਨਮੈਂਟ ਦੇ ਨਾਲ। ਸੋ ਰਾਈਟ ਆਨਸਰ ਹੈ ਆਪਸ਼ਨ ਡੀ। ਇੰਡੀਆ ਨੇ G20 ਟਰੋਇਕਾ ਜੁਆਇਨ ਕੀਤਾ ਹੈ ਇੰਡੋਨੇਸ਼ੀਆ ਤੇ ਇਟਲੀ ਦੇ ਨਾਲ। ਇੰਡੀਆ G20 ਲੀਡਰਸ ਦਾ ਜਿਹੜਾ ਸਮਿਟ ਹੁੰਦਾ ਹੈ ਕਿਹੜੇ ਸਾਲ ਵਿੱਚ ਹੋਸਟ ਕਰੂ? ਸੋ ਇੰਡੀਆ ਹੋਸਟ ਕਰੂ 2023 ਵਿੱਚ। ਆਪਸ਼ਨ ਬੀ ਇਜ਼ ਦ ਰਾਈਟ ਆਨਸਰ, ਵੈਰੀ ਇੰਪੋਰਟੈਂਟ ਫॉर all exam। Next is Economic Intelligence Unit ਵਰਲਡ ਵਾਈਡ ਕਾਸਟ ਆਫ ਲਿਵਿੰਗ ਇੰਡੈਕਸ 2021 ਦੇ ਮੁਤਾਬਿਕ ਦੁਨੀਆ ਦੀ ਰਹਿਣ ਦੇ ਲਈ ਸਭ ਤੋਂ ਜ਼ਿਆਦਾ ਮਹਿੰਗੀ ਸਿਟੀ ਕਿਹੜੀ ਹੈ? ਮੋਸਟ ਐਕਸਪੈਂਸਿਵ ਸਿਟੀ ਇਨ ਦ ਵਰਲਡ ਟੂ ਲਿਵ ਇਨ 2021। ਵੈਰੀ ਵੈਰੀ ਇੰਪੋਰਟੈਂਟ। ਸੋ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਜਿਹੜਾ ਇੰਡੈਕਸ ਹੈ ਇਕਨੋਮਿਕ ਇੰਟੈਲੀਜੈਂਸ ਯੂਨਿਟ ਦੇ ਦੁਆਰਾ ਪਬਲਿਸ਼ ਕੀਤਾ ਜਾਂਦਾ ਹੈ। ਸੋ ਹੁਣ ਕੁਐਸਚਨ ਆ ਗਿਆ ਮੋਸਟ ਐਕਸਪੈਂਸਿਵ ਸਿਟੀ ਬਾਰੇ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ ਏ, ਤੇਲ ਅਵੀਵ, ਇਜ਼ਰਾਈਲ। ਨੈਕਸਟ ਇਜ਼ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਨੇ ਅਪਰੂਵ ਕੀਤੀ ਹੈ ਇੱਕ ਸਕੀਮ ਕਿ ਉਹ ਕੰਟੀਨਿਊ ਰਹੂਗੀ ਹੋਰ 5 ਸਾਲਾਂ ਤੱਕ। ਇਨਵੈਸਟਮੈਂਟ ਪ੍ਰਮੋਸ਼ਨ ਸਕੀਮ ਹੈ ਇਹ 2025-26 ਤੱਕ ਰਹੂਗੀ। ਇੰਪਲੀਮੈਂਟਿੰਗ ਏਜੰਸੀ ਕਿਹੜੀ ਹੈ ਇਨਵੈਸਟਮੈਂਟ ਪ੍ਰਮੋਸ਼ਨ ਸਕੀਮ ਦੀ? ਇਹਨੂੰ ਲਾਗੂ ਕੌਣ ਕਰਵਾਉਂਦਾ ਹੈ? ਸੋ ਉਹ ਹੈ ਡਿਪਾਰਟਮੈਂਟ ਫॉर ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ। ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਇਜ਼ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੋਰਡ ਆਫ ਡਾਇਰੈਕਟਰ ਆਫ ਰਿਲਾਇੰਸ ਕੈਪੀਟਲ ਲਿਮਟਿਡ ਨੂੰ ਸੁਪਰਸੀਡ ਕੀਤਾ ਹੈ। RBI has appointed who among the following as administrator? ਸੋ ਇਹ ਬੋਰਡ ਆਫ ਡਾਇਰੈਕਟਰ ਨੂੰ ਸੁਪਰਸੀਡ ਕੀਤਾ ਹੈ, ਹੈਡ ਕੀਤਾ ਹੈ RBI ਨੇ, ਤੇ ਕਿਹਨੂੰ ਐਡਮਿਨਿਸਟ੍ਰੇਟਰ ਚੁਣਿਆ RBI ਨੇ ਆਫ ਰਿਲਾਇੰਸ ਕੈਪੀਟਲ ਲਿਮਟਿਡ? ਸੋ ਐਡਮਿਨਿਸਟ੍ਰੇਟਰ ਨੇ ਨਗੇਸ਼ਵਰ ਰਾਓ। ਵਾਈ? ਆਪਸ਼ਨ ਡੀ। ਤੇ ਅੱਜ ਦਾ ਆਪਣਾ ਲਾਸਟ ਇੰਪੋਰਟੈਂਟ ਇਸ ਪਾਰਟ 1 MCQs ਦਾ ਕੁਐਸਚਨ ਹੈ who among the following has taken charge 34th Commandant of National Defence College? So right answer है option D, Manoj Kumar Magu. So this was all about today's lecture. I hope you liked the video. Keep supporting Victor's Knowledge. Thank you and good luck.